ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸੋਰਠ ਰਾਗ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 601 ਅਤੇ 602 ਦੇ ਉੱਪਰ ਇਹ ਪਾਵਨ ਸ਼ਬਦ ਅੰਕਿਤ ਹੈ। ਇਸ ਪਾਵਨ ਸ਼ਬਦ ਵਿੱਚ ਸਤਿਗੁਰ ਨੇ ਸਾਡਾ ਬਹੁਤ ਵੱਡਾ ਭੁਲੇਖਾ ਦੂਰ ਕੀਤਾ ਹੈ। ਸਿੱਖ ਕੌਣ ਹੈ? ਸਿੱਖ ਦੀ ਪਰਿਭਾਸ਼ਾ ਕੀ ਹੈ? ਕੌਣ ਹੈ ਜੋ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ? ਇਹ ਵਿਚਾਰ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਖੇਪ ਵਿੱਚ ਸਾਂਝੀ ਕਰਾਂਗੇ। ਉਸ ਤੋਂ ਪਹਿਲਾਂ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਤੋਂ ਵਿਚਾਰ ਦੀ ਆਰੰਭਤਾ ਕਰ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਹਰ ਕੇ ਦਾਸ ਸੁਹੇਲੇ ਭਾਈ। ਸੁਹੇਲੇ ਦਾ ਅਰਥ ਹੁੰਦਾ ਸੁਖੀ। ਪਰਮਾਤਮਾ ਦੇ ਜਿਹੜੇ ਭਗਤ ਹਨ ਉਹ ਹਮੇਸ਼ਾ ਹੀ ਸੁਖੀ ਜੀਵਨ ਬਤੀਤ ਕਰਦੇ ਹਨ, ਕਿਉਂਕਿ ਪਰਮਾਤਮਾ ਆਪਣੇ ਨਾਲ ਮਿਲਾ ਕੇ ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਪਾਪ ਤੇ ਦੁੱਖ ਕੱਟ ਦਿੰਦਾ ਹੈ। ਜਨਮ ਜਨਮ ਕੇ ਕਿਲ ਵੇਖ ਦੁੱਖ ਕਾਟੇ, ਆਪੇ ਮੇਲ ਮਿਲਾਈ। ਉਹਨਾਂ ਨੂੰ ਆਪਣੇ ਚਰਨਾਂ ਨਾਲ ਮਿਲਾ ਲੈਂਦਾ ਹੈ। ਰਹਾਓ ਸ਼ਬਦ ਦੀ ਆਰੰਭਤਾ ਹੁੰਦੀ ਹੈ ਸੋਰਠ ਮਹਲਾ ਤੀਜਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਰਹੇ ਆ ਕਿ ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਸਖਾ ਹੈ, ਮਿੱਤਰ ਹੈ। ਬੰਧਪ ਦਾ ਅਰਥ ਹੁੰਦਾ ਰਿਸ਼ਤੇਦਾਰ। ਜੇ ਗੁਰ ਕੇ ਭਾਣੇ ਵਿੱਚ ਆਵੇ, ਭਾਣੇ ਦਾ ਅਰਥ ਹੈ ਰਜਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ, ਉਹਦੀ ਮਰਜ਼ਾਦਾ ਨੂੰ ਧਾਰਨ ਕਰਦਾ ਹੈ, ਉਹੀ ਗੁਰੂ ਦਾ ਸਿੱਖ ਹੈ। ਵੈਸੇ ਇਹ ਬਹੁਤ ਵੱਡਾ ਸਾਡੇ ਅੱਜ ਅੰਦਰ ਸਵਾਲ ਹੈ, ਕਿਉਂਕਿ ਦੇਖਣ ਵਿੱਚ ਆਉਂਦਾ ਹੈ ਕਈਆਂ ਨੇ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ ਵੀ ਅਸੀਂ ਤਾਂ ਭਾਈ ਸਹਿਜਧਾਰੀ ਸਿੱਖ ਹਾਂ। ਮੈਂ ਤਾਂ ਹੈਰਾਨ ਹੋ ਜਾਂਦਾ ਜਿਸ ਵੇਲੇ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਬੱਚੇ ਬੱਚੀਆਂ ਦੇ ਰਿਸ਼ਤੇ ਆਉਂਦੇ ਆ ਨਾ, ਉਹਦੇ ਵਿੱਚ ਲਿਖਿਆ ਹੁੰਦਾ ਇਹ ਜੱਟ ਸਿੱਖ ਹੈ, ਰਾਮਗੜੀਆ ਸਿੱਖ ਹੈ। ਤੇ ਹੈਰਾਨਗੀ ਉਸ ਵੇਲੇ ਹੋਈ, ਇੱਕ ਦਿਨ ਪੜ੍ਹਿਆ ਮੋਨਾ ਸਿੱਖ। ਤੇ ਹੁਣ ਜੇ ਸਿੱਖ ਦੀ ਪਰਿਭਾਸ਼ਾ ਪੜ੍ਹਨੀ ਹੋਵੇ ਨਾ, ਸਿੱਖ ਹੈ ਕੌਣ? ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ। ਕਿਉਂਕਿ ਅੱਜ ਨਾ ਤਾਂ ਸਾਡੇ ਪ੍ਰਚਾਰਕ ਇਸ ਗੱਲ ਨੂੰ ਸਟੇਜਾਂ 'ਤੇ ਖੁੱਲ੍ਹ ਕੇ ਬੋਲਣਾ ਚਾਹੁੰਦੇ ਆ, ਤੇ ਨਾ ਪ੍ਰਬੰਧਕ ਬੁਲਾਉਣਾ ਚਾਹੁੰਦੇ ਹਨ। ਤੇ ਆਮ ਸਟੇਜਾਂ 'ਤੇ ਤਾਂ ਇੱਦਾਂ ਦੀ ਗੱਲ ਹੋ ਰਹੀ ਹੈ, ਪਹਿਲਾਂ ਕਹਿ ਦਿੱਤਾ ਜਾਂਦਾ ਪ੍ਰਬੰਧਕਾਂ ਵੱਲੋਂ ਪ੍ਰਚਾਰਕਾਂ ਨੂੰ ਵੀ ਕੇਸਾਂ ਦੀ ਗੱਲ ਨਹੀਂ ਕਰਨੀ ਤੇ ਅੰਮ੍ਰਿਤ ਦੀ ਗੱਲ ਨਹੀਂ ਕਰਨੀ। ਭਾਈ ਇਹ ਤਾਂ ਸ਼ੁਰੂਆਤ ਹੈ, ਕੇਸ ਤੇ ਅੰਮ੍ਰਿਤ ਜਿਹੜਾ ਪਹਿਲੀ ਰਹਿਤ ਹੈ। ਜੇ ਪਹਿਲਾਂ ਹੀ ਗੱਲ ਨਹੀਂ ਕਰਾਂਗੇ ਤਾਂ ਆਖਰੀ ਕਿੱਥੋਂ ਜੀਵਨ ਤੁਸੀਂ ਕਮਾ ਲਓਗੇ। ਪਰ ਗੁਰਬਾਣੀ ਦੇ ਆਧਾਰ 'ਤੇ ਜਿਸ ਵੇਲੇ ਅਸੀਂ ਦੇਖਦੇ ਹਾਂ ਵੀ ਸਿੱਖ ਦੀ ਪਰਿਭਾਸ਼ਾ ਗੁਰੂ ਅਮਰਦਾਸ ਮਹਾਰਾਜ ਅੱਜ ਬਖਸ਼ਿਸ਼ ਕਰ ਰਹੇ ਆ, ਤੇ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਆਨੰਦ ਸਾਹਿਬ, 21ਵੀਂ ਪੌੜੀ ਆਨੰਦ ਸਾਹਿਬ ਜੀ ਦੀ। ਉਹਦੇ ਵਿੱਚ ਸਤਿਗੁਰ ਨੇ 6 ਨਿਸ਼ਾਨੀਆਂ ਪ੍ਰਮੁੱਖ ਦੱਸੀਆਂ ਸਿੱਖ ਦੀਆਂ। ਸਿੱਖ ਕੌਣ ਹੈ? ਸਤਿਗੁਰੂ ਉੱਥੇ ਵਿੱਚ ਪੌੜੀ ਦੇ ਵਿੱਚ ਹੁਕਮ ਕਰਦੇ ਆ, ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਹਾਂ, ਜੇ ਕੋਈ ਗੁਰੂ ਦੇ ਸਨਮੁਖ ਹੋਣਾ ਚਾਹੁੰਦਾ ਹੈ, ਸੁਰਖਰੂ ਹੋ ਜਾਣਾ ਚਾਹੁੰਦਾ ਹੈ, ਗੁਰੂ ਨੂੰ ਭਾ ਜਾਣਾ ਚਾਹੁੰਦਾ ਹੈ,
कि गुरु मेरे ते किरपा कर देवे, मैं गुरु दा बन जावां, मेरे मन विच खोट ना होवे, मैं बिल्कुल गुरु दे सन्मुख खड़ा हो जावां, भाव उहदे हुक्म दे विच पूरा उतर जावां, ते फिर 6 चीज़ां जिहड़ियां ओह कमाउणियां पैणगीਆਂ। क्योंकि सिੱਖੀ सिर्फ पहरावे का नाम नहीं है, सिੱਖੀ ਦਾ जीवन जाच है। सतगुरु गुरु अमरदास महाराज जी कह रहे हैं, जे को सिख गुरु सेती सन्मुख होवे तां सन्मुख सिख कोई, जियो रहे गुर नाले। हुण सतगुरु ने पहली निशानी दसी है भी जे तू सतगुरु दे दर ते प्रवान होना चाहुंदा है ते दिलों खोट नहीं होनी चाहिए तेरे अंदर, दिलों मुहब्बत जिन सही सच्चा, जियो रहे गुर नाले, दिलों गुरु दे नाल हो जा। ते दूसरी निशानी दसी, गुर के चरण हिरदै ध्याए, गुरु दे चरनां नूं अपने हिरदे विच टिकाउणा। गुरु दे चरण की हन? गुरु दा नाम, घर घर प्रणाम चित चरण नाम, ਉਹਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ, ਉਹਦੇ ਮੁਤਾਬਕ ਜੀਵਨ ਬਤੀਤ ਕਰਨਾ। ਅੰਤਰ ਆਤਮੈ ਸਮਾਲੇ, ਅੰਦਰ ਆਤਮੇ ਆਪਾਂ ਜੀਵਨ ਜਿਹੜਾ ਹੈ ਗੁਰੂ ਨੂੰ ਅਰਪਣ ਕਰਨਾ, ਅੰਤਰ ਆਤਮੇ ਸਮਾਲੇ, ਉਹਨੂੰ ਸੰਭਾਲ ਕੇ ਰੱਖਣਾ, ਭਾਵ ਉਹਨੂੰ ਹਿਰਦੇ ਵਿੱਚ ਧਾਰਨ ਕਰਨਾ ਜੋ ਸਤਿਗੁਰੂ ਉਪਦੇਸ਼ ਦਿੰਦਾ ਹੈ। ਇਹ ਤੀਜੀ ਨਿਸ਼ਾਨੀ ਹੋ ਗਈ, ਅੰਤਰ ਆਤਮੇ ਸਮਾਲੇ, ਆਪ ਛੱਡ, अपना भाव छड़ देना कि मैं कुछ हाँ। सदा रहे परने, परने का अर्थ होंदा शरण विच रहना, गुरु दे आसरे रवे। ते 6वीं निशानी है, गुर बिन अवर ना जाने कोए, ते गुरु तो बिना होर किसे नूं नहीं जानदा। सिर्फ अपने आत्मक जीवन का, आत्मक आनंद का वसीला होर किसे नूं ना समझे अपने गुरु तो बिना। गुर बिन अवर ना जाने कोई, कहे नान सुनो संत हो, सो सिख सन्मुख होए। जे सिख की परिभाषा ही असी पढ़ ली है ना, जिस वेले सिख रहत मर्यादा पढ़ते हैं, क्योंकि जी सिख रहत मर्यादा श्री अकाल तख्त साहिब की ये गुरबाणी के आधार पर बनी। हुण उहदे विच सिख की परिभाषा लिखी है भी जो इस्त्री जां पुरुष एक अकाल पुरख 10 गुरु साहिबान साहब श्री गुरु नानक साहब जी तो लैके गुरु गोबिंद सिंह जी महाराज तक ਅਤੇ गुरु ग्रंथ साहब सतगुरु जी के उपदेश बाणी सिक्ख्या ਅਤੇ दशमेश जी के ਅੰਮ੍ਰਿਤ ਤੇ ਨਿਚਾ ਰੱਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਸਨਮਾਨ ਸਾਰਿਆਂ ਦਾ ਕਰਨਾ ਹੈ ਪਰ ਆਪਣੇ ਧਰਮ ਦੇ ਵਿੱਚ ਪੱਕਾ ਰਹਿਣਾ, ਇਹ ਸਿੱਖ ਦੀ ਪਰਿਭਾਸ਼ਾ ਹੈ। ਤੇ ਜਿਹੜਾ ਗੁਰੂ ਦੀ ਮਰਜ਼ੀ ਤੋਂ ਬਗੈਰ ਚੱਲਦਾ, ਇੱਕ ਹੁੰਦਾ ਮਨ ਮਰਜ਼ੀ, ਇੱਕ ਗੁਰੂ ਮਰਜ਼ੀ। ਮਨ ਮਰਜ਼ੀ ਹੁੰਦੀ ਵੀ ਜੋ ਮਰਜ਼ੀ ਕਰੀ ਜਾਈਏ, ਗੁਰੂ ਕਿਹੜਾ ਦੇਖਦਾ ਹੈ। ਤੇ ਗੁਰੂ ਦੀ ਮਰਜ਼ੀ ਅਨੁਸਾਰ ਜਿਹੜਾ ਜੀਵਨ ਬਤੀਤ ਕਰਦਾ, ਉਹਦੇ ਬਾਰੇ ਫਿਰ ਅੱਜ ਸਤਿਗੁਰੂ ਜੀ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਆ। ਕਹਿੰਦੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। क्योंकि सतगुरु महाराज ने कोई अलग अलग नहीं बनाए भी आ फलाना सिख है तो सहजधारी सिख। सहजधारी का अर्थ होंदा सी, बड़े सोहने विद्वानां दे कथन मैं पढ़ रहा सी, कहंदे जिस वेले सतगुरु जी ने 1699 की विसाखी नूं अंम੍ਰਿਤਪਾਨ कराया कि ऐसे भी सिख सन कि जिन्हां नूं हले बाणियां जिहड़ियां सी उन्हां दा अभ्यास नहीं सी, संथਿਆ नहीं कीती सी। तो उन्होंने फिर गुरु साहब जी के कोलों ये समा मंगया कि गुरु महाराज थोड़े ਜਿਹੇ सहज के नाल असीं ਅੰਮ੍ਰਿਤ ਛਕ चलां, पर असीं हुण सहज सारी जिंदगी नहीं सहज खत्म होंदा भी सहजधारी सिख। सिख अलग नहीं है, सिख इक्को चीज़ है, अलग अलग सिख नहीं है। जे बंडियां पाउंदे हाँ वो सिख हो ही नहीं सकते। सिख तो वो है जिहड़ा गुरु की रजा विच तुरदा है, गुरु के हुक्म दे विच तुरदा है। विशेषधारी सिख हो गया, मोना सिख है जी, रामगढ़िया सिख है, ये जट सिख है, भापा सिख है। सिख तो सिख है जिहड़ा गुरु की रजा विच तुरदा है। साहब कहते हैं सो सिख सखा बंधप है भाई, जे गुर के भाणे विच आवै।
ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੇ। ਹਾਂ, ਜਿਹੜਾ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ ਉਹ ਸਤਿਗੁਰੂ ਜੀ ਤੋਂ ਵਿਛੜ ਕੇ ਦੁੱਖ ਸਹਾਰਦਾ ਹੈ। ਸੁੱਖ ਮਿਲ ਸਕਦਾ ਉਹਨੂੰ ਕਦੇ ਦੁਨੀਆ ਵਿੱਚ ਜਿੱਥੇ ਮਰਜ਼ੀ ਭਟਕੀ ਜਾਏ। ਗੁਰੂ ਅਮਰਦਾਸ ਕਹਿੰਦੇ, ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਪਛੋਤਾਵੇ। ਉਹ ਮੁੜ ਮੁੜ ਦੁਖੀ ਹੁੰਦਾ, ਪਛਤਾਉਂਦਾ ਹੈ। ਗੁਰੂ ਤੋਂ ਬਿਨਾਂ ਉਹਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਤੇ ਸੁਖੀ ਕੌਣ ਹੈ? ਹਰ ਕੇ ਦਾਸ ਸੁਹੇਲੇ ਪਹਾਈ, ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ, ਆਪੇ ਮੇਲ ਮਿਲਾਈ ਰਹਾਓ। ਏਕ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਪੂਲਾ ਸਹਸਾਰਾ। ਜੇ ਅਸੀਂ ਗੁਰੂ ਦੀ ਰਜ਼ਾ ਵਿੱਚ ਨਹੀਂ ਤੁਰਦੇ, ਗੁਰੂ ਦੇ ਹੁਕਮ ਵਿੱਚ ਨਹੀਂ ਤੁਰਦੇ, ਤੇ ਇਹ ਪਰਿਵਾਰ ਵੀ, ਜਿੰਦ ਜਿਹੜੀ ਆ ਇਹ ਨਿਰਾ ਮੋਹ ਦਾ ਬੰਧਨ ਬਣ ਜਾਂਦੀ ਹੈ। ਤੇ ਜਗਤ ਗੁਰੂ ਤੋਂ ਭਟਕੇ ਕੁਰਾਏ ਪਿਆ ਰਹਿੰਦਾ, ਜੀਵ ਹਰੇਕ ਸਮੇਂ ਕੁਰਾਏ ਪਿਆ ਰਹਿੰਦਾ ਹੈ। ਭਰਮ ਭੂਲਾ ਸਹਸਾਰਾ, ਭਟਕ ਰਿਹਾ ਹੈ। ਇਹ ਸੰਸਾਰ ਦਾ ਮਨੁੱਖ ਜਿਹੜਾ ਹੈ ਭਟਕ ਰਿਹਾ ਹੈ। ਸਤਿਗੁਰੂ ਫਿਰ ਕਿਰਪਾ ਕਰ ਰਹੇ ਆ, ਬਖਸ਼ਿਸ਼ ਕਰ ਰਹੇ, ਸਮਝਾ ਰਹੇ ਬਾਰ-ਬਾਰ, ਇਹ ਕੁਟੰਬ ਸਭ ਜੀ ਕੇ ਬੰਧਨ ਪਾਈ। ਇਹ ਜਿੰਦ ਦੇ ਬੰਧਨ ਬਣ ਜਾਂਦਾ ਪਰਿਵਾਰ ਵੀ। ਭਰਮ ਭੂਲਾ ਸਹਸਾਰਾ, ਤੇ ਗੁਰੂ ਦੀ ਰਜ਼ਾ ਤੋਂ ਬਿਨਾਂ, ਪ੍ਰਮਾਤਮਾ ਦੇ ਹੁਕਮ ਤੋਂ ਬਿਨਾਂ ਕੁਰਾਏ ਪੈ ਕੇ ਦੁਖੀ ਹੁੰਦਾ ਹੈ। ਪਰ ਇਹ ਬੰਧਨ ਕਿੱਦਾਂ ਟੁੱਟ ਸਕਦੇ ਆ? ਬਿਨ ਗੁਰ ਬੰਧਨ ਟੂਟੇ ਨਾਹੀ, ਗੁਰਮੁਖ ਮੋਖ ਦਵਾਰਾ। ਹਾਂ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਗੁਰੂ ਨੂੰ ਮੁੱਖ ਰੱਖਦਾ ਹੈ, ਉਹਨੂੰ ਤਾਂ ਇਹਨਾਂ ਬੰਧਨਾਂ ਤੋਂ ਖਲਾਸੀ ਪਾਉਣ ਦਾ ਜਿਹੜਾ ਰਸਤਾ ਮਿਲ ਜਾਂਦਾ ਹੈ। ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਉਹਦੇ ਜ਼ਿੰਦਗੀ ਭਰ ਬੰਧਨ ਨਹੀਂ ਟੁੱਟਦੇ। ਹਾਂ, ਉਹ ਤੁਹਾਨੂੰ ਲੱਗੇਗਾ ਵੀ ਬਹੁਤ ਕੰਮ ਸੋਹਣਾ ਕਰ ਰਿਹਾ, ਪਰ ਉਹਦੇ ਹੁਕਮ ਨੂੰ ਪਹਿਚਾਣਦਾ ਨਹੀਂ ਹੈ। ਸਤਿਗੁਰੂ ਕਹਿ ਰਹੇ ਆ, ਕਰਮ ਕਰੈ ਗੁਰ ਸ਼ਬਦ ਨਾ ਪਛਾਣੇ, ਮਰ ਜਨਮੇ ਬਾਰੋ ਬਾਰ। ਹੁਣ ਜਿਹੜੇ ਮਨੁੱਖ ਨਿਰੀਆਂ ਦੁਨੀਆ ਦੇ ਕੰਮ ਧੰਦੇ ਕਰਦੇ ਆ, ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ, ਮੁੜ ਜੰਮਦੇ ਆ, ਫਿਰ ਮਰਦੇ, ਫਿਰ ਸੰਸਾਰ ਵਿੱਚ ਆਉਂਦੇ ਚਲੇ ਜਾਂਦੇ। ਤੇ ਸੰਸਾਰ ਦੀ ਹਾਲਤ ਕੀ ਹੈ? ਹਾਂ, ਮੈਂ ਵੱਡਾ ਹਾਂ, ਮੇਰਾ ਇਹ ਜਿੰਨਾ ਧਨ ਦੌਲਤ ਮੇਰੀ ਹੈ। ਇਹਦੇ ਵਿੱਚ ਜਗਤ ਸੰਸਾਰ ਉਲਝਿਆ ਪਿਆ, ਇਹਦੇ ਵਿੱਚ ਝਗੜੇ ਝਮੇਲਿਆਂ ਵਿੱਚ ਪਿਆ ਹੈ। ਹਾਂ, ਮੇਰਾ ਜਗ ਪਲ ਚ ਰਿਹਾ ਭਾਈ। ਪਰ ਸਤਿਗੁਰ ਕਹਿੰਦੇ, ਕੋਈ ਨਾ ਕਿਸ ਹੀ ਕੇਰਾ। ਪਰ ਕੋਈ ਵੀ ਕਿਸੇ ਦਾ ਸਦਾ ਦਾ ਸਾਥੀ ਨਹੀਂ ਹੈ। ਹਾਂ, ਗੁਰਮੁਖ ਮਹਿਲ ਪਾਇਣ ਗੁਣ ਗਾਵਣ, ਨਿਜ ਘਰ ਹੋਏ ਵਸੇਰਾ। ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ, ਪਰਮਾਤਮਾ ਦੀਆਂ ਸਿਫਤ ਸਲਾਹਾਂ ਕਰਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲੈਂਦਾ ਹੈ। ਪਰਮਾਤਮਾ ਅਕਾਲ ਪੁਰਖ, ਉਹਨਾਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। ਗੁਰਮੁਖ ਮਹਿਲ ਪਾਇਣ ਗੁਣ ਗਾਵਣ, ਨਿਜ ਘਰ ਹੋਏ ਵਸੇਰਾ। ਇੱਥੇ ਬੂਝੇ ਜਿਹੜਾ ਮਨੁੱਖ ਨਾ ਇਸ ਮਨੁੱਖਾ ਜਨਮ ਵਿੱਚ ਆ ਕੇ ਜੀਵਨ ਦੇ ਇਸ ਭੇਦ ਨੂੰ ਸਮਝ ਲੈਂਦਾ ਹੈ, ਤੇ ਫਿਰ ਉਹ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਹਮੇਸ਼ਾ ਹੀ ਜੀਵਨ ਬਤੀਤ ਕਰਦਾ, ਤੇ ਉਹਨੂੰ ਪਤਾ ਲੱਗ ਜਾਂਦਾ ਕਿ ਪਰਮਾਤਮਾ ਹੀ ਮੇਰਾ ਸਦਾ ਦਾ ਸਹਾਈ ਹੈ। ਇੱਥੇ ਬੁੱਝੇ ਸੋ ਆਪ ਪਛਾਣੇ, ਆਪਣੇ ਆਪ ਨੂੰ ਪੜਤਾਲਦਾ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਆਪ ਨੂੰ ਪੜਤਾਲਣ ਦਾ ਯਤਨ ਕਰਦਾ। ਇੱਥੇ ਬੁੱਝੇ ਸੋ ਆਪ ਪਛਾਣੇ, ਹਰ ਪ੍ਰਭ ਹੈ ਤਿਸ ਕੇਰਾ। ਉਹਦਾ ਫਿਰ ਪਰਮਾਤਮਾ ਸਦਾ ਹੀ ਸਹਾਇਕ ਬਣ ਜਾਂਦਾ ਹੈ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਏ। ਹੁਣ ਇਹ ਵੀ ਬਹੁਤ ਵੱਡਾ ਸਵਾਲ, ਪ੍ਰਮਾਤਮਾ ਸਾਡੇ 'ਤੇ ਕਿਰਪਾ ਨਹੀਂ ਕਰਦਾ, ਪ੍ਰਮਾਤਮਾ ਨੇ ਪਤਾ ਨਹੀਂ ਸਾਡੇ 'ਤੇ ਕਿਰਪਾ ਕਿਉਂ ਨਹੀਂ ਕੀਤੀ। ਉਹ ਸਤਿਗੁਰੂ ਮਹਾਰਾਜ ਕਹਿ ਰਹੇ, ਉਹ ਤਾਂ ਸਾਰਿਆਂ 'ਤੇ ਕਿਰਪਾ ਕਰਦਾ। ਹੁਣ ਬਰਸਾਤ ਹੋ ਰਹੀ ਹੈ, ਜੇ ਆਪਾਂ ਹੀ ਛਤਰੀ ਲੈ ਕੇ ਖੜ੍ਹੇ ਹਾਂ ਤਾਂ ਆਪਾਂ ਕਹਿੰਦਾ ਭਿੱਜੇ ਨਹੀਂ ਅਸੀਂ। ਕਾਰਨ ਹੈ ਕਿ ਛਤਰੀ ਉੱਪਰ ਲਈ ਹੈ, ਅਤੇ ਜਦੋਂ ਹੁਣ ਸ਼ੰਕਾ ਦੀ ਛਤਰੀ ਸਾਡੇ ਸਿਰ 'ਤੇ ਆ, ਉਹ ਤਾਂ ਕਿਰਪਾ ਕਰ ਰਿਹਾ, ਉਹ ਤਾਂ ਬਖਸ਼ਿਸ਼ ਕਰ ਰਿਹਾ। ਜੇ ਅਸੀਂ ਹੀ ਸਤਿਗੁਰ ਦੀ ਸ਼ਰਨ ਵਿੱਚ ਨਹੀਂ ਆਉਣਾ, ਅਸੀਂ ਬਾਣੀ ਨਹੀਂ ਪੜ੍ਹਨੀ, ਤਾਂ ਉਹ ਤਾਂ ਬੁਲਾ ਰਿਹਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਉਹ ਤਾਂ ਬੁਲਾ ਰਿਹਾ ਹੈ, ਅਤੇ ਉਹ ਤਾਂ ਹਮੇਸ਼ਾ ਹੀ ਕਿਰਪਾ ਕਰਦਾ। ਉਹਨੇ ਤਾਂ ਦਰ ਖੋਲ੍ਹ ਕੇ ਰੱਖਿਆ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਅਤੇ ਹੁਣ ਅਸੀਂ ਕਹੀਏ ਵੀ ਪਰਮਾਤਮਾ ਕਿਰਪਾ ਕਰੇਗਾ, ਫਿਰ ਗੁਰਦੁਆਰਾ ਸਾਹਿਬ ਜਾਵਾਂਗੇ, ਫਿਰ ਸੇਵਾ ਕਰਾਂਗੇ, ਫਿਰ ਅੰਮ੍ਰਿਤ ਛਕਾਂਗੇ। ਉਹ ਤਾਂ ਹਮੇਸ਼ਾ ਹੀ ਕਿਰਪਾ ਕਰਦਾ।
ਪਰ ਕਿਸਮਤ ਤੋਂ ਬਿਨਾ ਮਿਲਣਾ ਵੀ ਕੀ ਹੈ, ਪਰ ਕਿਸਮਤ ਬਣਾਉਣੀ ਪਏਗੀ, ਉਦਮ ਤਾਂ ਕਰਨਾ ਪਏਗਾ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਏ। ਕਿਉਂਕਿ ਗੁਰੂ ਦੇ ਵਿੱਚ ਤਾਂ ਬੜੀ ਕਿਰਪਾ ਹੈ। ਏਕ ਨਦਰ ਕਰ ਵੇਖੇ ਸਭ ਉੱਪਰ, ਜਿਹਾ ਭਾਉ ਤਿਆ ਫਲ ਪਾਈਏ। ਗੁਰੂ ਸਭ ਨਾਲ ਇੱਕੋ ਪਿਆਰ ਕਰਦਾ, ਇੱਕ ਨਿਗਾਹ ਨਾਲ ਦੇਖਦਾ ਹੈ। ਪਰ ਜਿਹੋ ਜਿਹੀ ਭਾਵਨਾ ਹੁੰਦੀ ਹੈ ਨਾ, ਉਹੋ ਜਿਹਾ ਫਲ ਜਿਹੜਾ ਗੁਰੂ ਦੇ ਕੋਲੋਂ ਮਿਲ ਜਾਂਦਾ ਹੈ। ਨਾਨਕ ਨਾਮ ਵਸੇ ਮਨ ਅੰਤਰ, ਵਿੱਚੋਂ ਆਪ ਗਵਾਈਏ। ਜਦੋਂ ਪ੍ਰਮਾਤਮਾ ਦਾ ਨਾਮ ਹਿਰਦੇ ਘਰ ਦੇ ਵਿੱਚ ਵਸਦਾ ਹੈ ਨਾ, ਤੇ ਉਧਰ ਤੋਂ ਬਾਅਦ ਕਹਿੰਦੇ ਹਨ ਜੀਵਨ ਦੇ ਵਿੱਚੋਂ ਆਪਾ ਭਾਵ ਦੂਰ ਹੋ ਜਾਂਦਾ ਹੈ। ਨਾਨਕ ਨਾਮ ਵਸੇ ਮਨ ਅੰਤਰ, ਵਿੱਚੋਂ ਆਪ ਗਵਾਈ। ਆਪਾ ਭਾਵ ਫਿਰ ਉੱਥੇ ਨਾਮ ਹੈ, ਉੱਥੇ ਫਿਰ ਹਉਮੈ ਨਹੀਂ ਹੈ ਕਿ ਮੇਰਾ ਹੈ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਉੱਥੇ ਪ੍ਰਮਾਤਮਾ ਵਸਦਾ ਹੈ ਅਤੇ ਉਹ ਪ੍ਰਮਾਤਮਾ ਦੇ ਸੇਵਕ ਜਿਹੜੇ ਹਮੇਸ਼ਾ ਸੁਖੀ ਰਹਿੰਦੇ ਹਨ। ਅਤੇ ਉਹੀ ਸਿੱਖ ਹੈ, ਉਹੀ ਗੁਰੂ ਦਾ ਰਿਸ਼ਤੇਦਾਰ, ਗੁਰੂ ਦਾ ਮਿੱਤਰ ਹੈ, ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ। ਵੀ ਸਾਡਾ ਫਿਰ ਇਹ ਦਾਅਵਾ ਝੂਠਾ ਹੈ ਕਿ ਮੈਂ ਸਿੱਖ ਹਾਂ, ਪਰ ਮੈਂ ਕਦੇ ਗੁਰਦੁਆਰਾ ਸਾਹਿਬ ਨਹੀਂ ਗਿਆ। ਮੈਂ ਸਿੱਖ ਹਾਂ, ਮੈਂ ਅੰਮ੍ਰਿਤ ਨਹੀਂ ਛਕਿਆ। ਮੈਂ ਸਿੱਖ ਹਾਂ, ਮੈਂ ਸਿੱਖਾਂ ਦੇ ਘਰ ਜਨਮ ਲਿਆ। ਇਹ ਦਾਅਵੇ ਕਰਨੇ ਝੂਠੇ ਆ, ਕਿਉਂਕਿ ਸਿੱਖੀ ਦਾ ਦਾਨ ਹੈ। ਸਿੱਖੀ ਦਾ ਦਾਨ ਅਸੀਂ ਰੋਜ਼ ਮੰਗਦੇ ਹਾਂ। ਜਿਹਨੂੰ ਸਿੱਖੀ ਮਿਲ ਗਈ ਉਹਨੂੰ ਸਭ ਕੁਝ ਮਿਲ ਗਿਆ। ਅਰਦਾਸ ਕਰਦੇ ਹਾਂ ਨਾ, ਸਤਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ। ਅਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਇਹ ਅਰਦਾਸ ਕਰੀਏ ਕਿ ਸਤਿਗੁਰੂ ਮਹਾਰਾਜ ਤੇਰੀ ਰਜ਼ਾ ਦੇ ਵਿੱਚ, ਤੇਰੇ ਹੁਕਮ ਵਿੱਚ, ਤੇਰੀ ਮਰਜ਼ਾਦਾ ਦੇ ਵਿੱਚ ਜੀਵਨ ਬਤੀਤ ਕਰਨਾ ਆ ਜਾਏ। ਆਪ ਜੀ ਕਿਰਪਾ ਕਰਨਾ, ਆਪ ਜੀ ਬਖਸ਼ਿਸ਼ ਕਰੋ। ਆਪ ਜੀ ਜੋ ਬਖਸ਼ਿਸ਼ ਕਰਦੇ ਹੋ ਉਹਦੇ ਮੁਤਾਬਕ ਅਸੀਂ ਆਪਣਾ ਜੀਵਨ ਬਤੀਤ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।